ਰੋਟੀ ਪਕਾਉਣ ਵਾਲਾ ਤਵਾ ਮੇਰੇ ਸਿਰ 'ਚ ਮਾਰਦਾ ਰਿਹਾ, ਗੈਸ ਮੇਰੇ ਸਿਰ 'ਚ ਮਾਰਦਾ ਰਿਹਾ, ਮੇਰੇ ਰੋਬੜੇ ਬਣੇ ਹੋਏ ਆ। इतना तशद्दुद किया गया कि ਉਹਦੇ ਹੱਥ ਦੀ ਵੀ ਹੱਡੀਆਂ ਟੁੱਟੀਆਂ ਹੋਈਆਂ, ਉਹਦੇ ਗਰਦਨ ਦੀ ਵੀ ਹੰਸਲੀ ਦੀ ਹੱਡੀ ਵੀ ਟੁੱਟੀ ਹੋਈ ਹੈ। ਸ਼ਰਮਨਾਕ ਅੰਦਾਜ਼ ਦੇ ਵਿੱਚ ਉਹ ਸਿਰਫ ਇਹ ਆ ਕਿ ਥੱਪੜ ਥੁੱਪੜ ਤਾਂ ਚੱਲਦੇ ਰਹਿੰਦੇ ਨੇ ਮੀਆਂ ਬੀਵੀ ਦੇ ਵਿੱਚ। ਮੁਹੱਬਤ ਦੀ ਸ਼ਾਦੀ ਚੰਦ ਦਿਨ ਬਾਅਦ ਹੀ ਜ਼ੁਲਮ ਦੀ ਕਹਾਣੀ ਬਣ ਗਈ। ਮੈਂ ਆ ਮੌਜ਼ਮ ਜੱਟ ਤੇ ਤੁਸੀਂ ਵੇਖ ਰਹੇ ਹੋ ਜੁਰਮ ਕਹਾਣੀ। ਅੱਜ ਦੀ ਜੁਰਮ ਕਹਾਣੀ ਦੇ ਵਿੱਚ ਉਹ ਗੱਲਬਾਤ ਅਸੀਂ ਕਰਾਂਗੇ ਕਿ ਮੁਹੱਬਤ ਦੀ ਸ਼ਾਦੀ ਹੋਈ ਚੰਦ ਦਿਨ ਬਾਅਦ ਹੀ ਹਸਬੈਂਡ ਨੇ ਆਪਣੀ ਹੀ ਬੁੱਢੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਇਹਦੀ ਅਸਲ ਕਹਾਣੀ ਕੀ ਹੈ, ਅਸੀਂ ਪਹੁੰਚਾਂਗੇ ਥਾਣਾ ਵੂਮੈਨ ਦੇ ਵਿੱਚ ਤੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ। ਮੁਲਜ਼ਮ ਗ੍ਰਿਫਤਾਰ ਕਿੰਜ ਕੀਤਾ, ਮੁਲਜ਼ਮ ਦਾ ਕਸੂਰ ਕੀ ਸੀ, ਮੁਲਜ਼ਮ ਨੇ ਕਿਉਂ ਆਪਣੀ ਹੀ ਬੁੱਢੀ ਤੇ ਤਸ਼ੱਦੁਦ ਕੀਤਾ। ਫੈਸਲਾਬਾਦ ਵਿੱਚ ਬੜਾ ਹੀ ਅਫਸੋਸਨਾਕ ਵਾਕਿਆ ਪੇਸ਼ ਆਇਆ ਸੀਗਾ ਕਿ ਪਸੰਦ ਦੀ ਸ਼ਾਦੀ ਤੋਂ ਬਾਅਦ ਬੰਦੇ ਦਾ ਆਪਣੀ ਹੀ ਬੁੱਢੀ ਤੇ ਤਸ਼ੱਦੁਦ ਕੀਤਾ। ਮੈਂ ਇਸ ਵਕਤ ਥਾਣਾ ਵੂਮੈਨ ਦੇ ਵਿੱਚ ਮੌਜੂਦ ਹਾਂ। ਮੇਨਾ SHO ਸਨਾ ਨਜ਼ੀਰ ਮੌਜੂਦ ਨੇ। ਮੈਡਮ ਦੱਸਿਓ ਕਿ ਕਿੰਜ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ। ਪਹਿਲੇ ਲਵ ਮੈਰਿਜ, ਉਸ ਤੋਂ ਬਾਅਦ ਬੰਦਾ ਹੀ ਮਾਰਨਾ ਸ਼ੁਰੂ ਕਰ ਦਿੱਤਾ। ਕੀ ਇਹਦੀ ਸਾਰੀ ਕਹਾਣੀ? ਖਵਾਤੀਨ ਦੇ ਆਲਮੀ ਦਿਨ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ। CPO ਸਾਹਿਬ ਦੀ ਤਰਫੋਂ ਉਹਦਾ ਸਖਤ ਨੋਟਿਸ ਲਿਆ ਗਿਆ। ਸਾਨੂੰ ਹਿਦਾਇਤ ਕੀਤੀ ਗਈ ਕਿ ਜਾ ਕੇ ਫੌਰਨ ਮੁਜਰਮ ਨੂੰ ਪਕੜੋ। ਮੁਜਰਮ ਨੂੰ ਜਾ ਕੇ ਪਕੜਿਆ। ਫਿਲ 4 ਉਹਨਾਂ ਦੀ IT, ਉਹਨਾਂ ਦੀ ਲੋਕੇਸ਼ਨ, ਉਹਨਾਂ ਦੇ ਸਿਮ ਰਿਕਾਰਡਸ ਟਰੈਕ ਕਰਿੰਦੇ ਮੁਲਜ਼ਮ ਨੂੰ ਜਾ ਕੇ ਪਕੜਿਆ। ਸਾਹਮਣੇ ਸਟੋਰੀ ਇਹ ਆਂਦੀ ਹੈ ਕਿ ਦੋਵੇਂ ਮੀਆਂ ਬੀਵੀ ਦੀ ਲਵ ਮੈਰਿਜ ਹੈ। ਲਵ ਮੈਰਿਜ ਦੇ ਬਾਅਦ ਥੋੜੀ ਚਪਕਲਿਸ਼, ਥੋੜੇ ਮਤਲਬ ਆਪਸ ਦੇ ਵਿੱਚ ਉਹਨਾਂ ਦੀ ਨਚਾਕੀ ਹੁੰਦੀ ਹੈ, ਜਿਹਦੀ ਵਜ੍ਹਾ ਤੋਂ ਸ਼ੋਹਰ ਸ਼ੱਕ ਕਰਨਾ ਸ਼ੁਰੂ ਕਰ ਦਿੰਦਾ। ਸ਼ੱਕ ਕਰਨ ਦੇ ਦੌਰਾਨ ਇਹਨਾਂ ਦੀ ਆਪਸ ਵਿੱਚ ਮਾਰਪੀਟ ਸ਼ੁਰੂ ਹੋ ਗਈ। ਮਾਮਲਾ ਜ਼ਿਆਦਾ ਖਰਾਬ ਹੋਣ ਤੇ ਲੇਡੀ ਦੇ ਉੱਤੇ ਇਤਨਾ ਤਸ਼ੱਦੁਦ ਕੀਤਾ ਗਿਆ ਕਿ ਉਹਦੇ ਹੱਥ ਦੀ ਵੀ ਹੱਡੀਆਂ ਟੁੱਟੀਆਂ ਹੋਈਆਂ, ਉਹਦੇ ਗਰਦਨ ਦੀ ਵੀ ਹੰਸਲੀ ਦੀ ਹੱਡੀ ਵੀ ਟੁੱਟੀ ਹੋਈ ਹੈ। ਮੈਡੀਕਲ ਕਰਵਾਇਆ, ਮੈਡੀਕਲ ਤਾਂ ਹਾਲ ਮੌਸੂਲ ਨਹੀਂ ਹੋਇਆ, ਲੇਕਿਨ ਜਿਹੜੀ ਹਰਾਸਮੈਂਟ ਦੀ ਦਫਾਤ ਜਿਤਨੀਆਂ ਵੀ ਲੱਗ ਸਕਦੀਆਂ ਪੋਸੀਬਲੀ ਹਮ ਸਾਰੀਆਂ ਅਸੀਂ ਲਾਈਆਂ ਨੇ। ਅੱਛਾ ਮੈਡਮ, ਇਹ ਦੱਸਿਓ ਕਿ ਇਹਨਾਂ ਦੀ ਸ਼ਾਦੀ ਤੇ ਪਿਆਰ ਦੀ ਸ਼ਾਦੀ ਸੀਗੀ, ਲੇਕਿਨ ਫਿਰ ਪਿਆਰ ਦੀ ਸ਼ਾਦੀ ਦੇ ਵਿੱਚ, ਲਵ ਮੈਰਿਜ ਦੇ ਵਿੱਚ ਇਹ ਕਿਸ ਤਰ੍ਹਾਂ ਸਾਰਾ ਕੁਝ ਹੋ ਗਿਆ ਕਿ ਬੁੱਢੀ ਨੂੰ ਕੁੱਟਦਾ ਰਿਹਾ? ਸਾਰੀ ਲਵ ਸਟੋਰੀ ਸਟਾਰਟ ਹੀ ਮੋਬਾਈਲ ਫੋਨ ਤੋਂ ਹੁੰਦੀ ਹੈ। ਇੱਕ ਵੱਡੀ ਐਕਸਪੈਕਟੇਸ਼ਨਸ ਡਿਵੈਲਪ ਹੁੰਦੀ ਹਨ ਕਿ ਪਰੀਆਂ ਤਰ੍ਹਾਂ ਰਕਸਾਂ ਦਿਸੰਦਾੜ। ਬਾਅਦ ਦੇ ਵਿੱਚ ਜਿਸ ਲਈ ਐਕਸਪੈਕਟੇਸ਼ਨ ਟੁੱਟਦੀਆਂ, ਸ਼ੱਕ ਦਾ ਐਲੀਮੈਂਟ ਆ ਜਾਂਦਾ। ਸ਼ੱਕ ਦੇ ਐਲੀਮੈਂਟ ਆਉਣ ਦੇ ਵਿੱਚ ਇਹਨਾਂ ਦੇ ਲੜਾਈ ਝਗੜੇ ਸ਼ੁਰੂ ਹੁੰਦੇ ਨੇ ਤੇ ਉਸ ਤੋਂ ਬਾਅਦ ਰਿਲੇਸ਼ਨ ਦਾ ਉਹੀ ਹਾਲ ਹੁੰਦਾ ਜਿਹੜਾ ਇਸ ਰਿਲੇਸ਼ਨ ਦਾ ਹੋਇਆ। ਬਿਲਕੁਲ ਹੋਇਆ। ਅੱਛਾ ਮੈਡਮ, ਉਹਦੀਆਂ ਬਾਜ਼ੂ ਵੀ ਤੋੜ ਦਿੱਤੇ ਆ, ਕਾਫੀ ਜ਼ਿਆਦਾ ਉਹਦੀਆਂ ਹੱਡੀਆਂ ਵੀ ਤੋੜੀਆਂ। ਇਹ ਕਿਉਂ ਇਸ ਤਰ੍ਹਾਂ ਦੀ ਇੰਨਾ ਜ਼ੁਲਮ ਕਰਦਾ ਰਿਹਾ ਬੰਦਾ ਕਿ ਜਿਹੜਾ ਉਹ ਬੁੱਢੀ ਤੇ ਉਹਦੀ ਆਪਣੀ ਬੇਗਮ ਜਿਹਦੇ ਨਾਲ ਉਹਨੇ ਲਵ ਮੈਰਿਜ ਕੀਤੀ ਉਹਦੇ ਤੇ ਇੰਨਾ ਤਸ਼ੱਦੁਦ ਕਿਉਂ ਕਰਦਾ ਰਿਹਾ? ਇਹਨਾਂ ਦੇ ਦਰਮਿਆਨ ਸ਼ੱਕ ਪੈਦਾ ਹੋ ਗਿਆ ਕਿ ਕਿਸ ਦੇ ਨਾਲ ਗੱਲ ਕਰਦੀ ਹੈ, ਕਿਸ ਵਕਤ ਕਰਦੀ ਹੈ, ਸਾਰਾ ਟਾਈਮ ਮੋਬਾਈਲ ਤੇ ਲੱਗੀ ਰਹਿੰਦੀ, ਜਿਸ ਤੋਂ ਮਾਕੂਲ ਜਵਾਬ ਨਾ ਮਿਲਣ ਦੀ ਵਜ੍ਹਾ ਤੋਂ ਇਹਨਾਂ ਦੇ ਦਰਮਿਆਨ ਲੜਾਈ ਸ਼ੁਰੂ ਹੋਈ, ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ। ਅੱਛਾ, ਤੁਸੀਂ ਮੁਲਜ਼ਮ ਨੂੰ ਫਿਰ ਕਿਸ ਤਰ੍ਹਾਂ ਫੜਿਆ? ਕਿਸ ਤਰ੍ਹਾਂ ਤੁਸੀਂ ਮੁਲਜ਼ਮ ਤੱਕ ਪਹੁੰਚੇ? ਬੀਬੀ ਤੁਹਾਡੇ ਕੋਲ ਦਰਖਾਸਤ ਲੈ ਕੇ ਆਈ, ਮੁਲਜ਼ਮ ਤੱਕ ਤੁਸੀਂ ਕਿਸ ਤਰ੍ਹਾਂ ਪਹੁੰਚਦੇ? ਲੇਡੀ ਜਿਸ ਨੇ ਦਰਖਾਸਤ ਸਾਡੇ ਕੋਲ ਲੈ ਕੇ ਆਏ, ਉਹਨਾਂ ਦੇ ਇਸ ਬੰਦੇ ਦਾ ਨੰਬਰ ਟ੍ਰੇਸ ਕੀਤਾ ਗਿਆ, ਇਹਦੀ ਲੋਕੇਸ਼ਨ ਕਢਵਾਈ ਗਈ, ਇਹਦੇ ਪੋਸੀਬਲ ਹਾਈਡ ਆਊਟਸ ਦਾ ਪਤਾ ਕੀਤਾ ਗਿਆ। ਜਿਸ ਲਈ ਲੋਕੇਸ਼ਨ, ਲਾਈਵ ਲੋਕੇਸ਼ਨ ਸਾਡੇ ਕੋਲ ਆਈ ਹੈ, ਅਸੀਂ ਲੇਡੀ ਕੋਲ ਆਈਡੈਂਟੀਫਾਈ ਕਰਵਾਇਆ ਕਿ ਇਹ ਜਗ੍ਹਾ ਪੋਸੀਬਲੀ ਕਿਹੜੀ ਹੋ ਸਕਦੀ ਹੈ। ਉਸ ਦੱਸਿਆ ਕਿ ਇਸ ਦਾ ਆਪਣਾ ਘਰ ਹੈ। ਉੱਥੇ ਗਏ ਤੇ ਉੱਥੇ ਇਹ ਵਜਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉੱਥੋਂ ਜਾ ਕੇ ਪਕੜ ਲਿਆ। ਤੇ ਮੁਲਜ਼ਮ ਨੇ ਇਤਰਾਫ ਕੀਤਾ ਕਿ ਹਾਂ ਮੈਂ ਇਹਦੀਆਂ ਹੱਡੀਆਂ ਤੋੜੀਆਂ ਨੇ, ਹਾਂ ਮੈਨੂੰ ਮਾਰਦਾ ਵਾਂ, ਇਹ ਸਾਰਾ ਉਹਨੇ ਇਤਰਾਫ ਕਰ ਲਿਆ? ਸ਼ਰਮਨਾਕ ਅੰਦਾਜ਼ ਦੇ ਵਿੱਚ ਉਹ ਸਿਰਫ ਇਹ ਆ ਕਿ ਥੱਪੜ ਥੁੱਪੜ ਤਾਂ ਚੱਲਦੇ ਰਹਿੰਦੇ ਨੇ ਮੀਆਂ ਬੀਵੀ ਦੇ ਵਿੱਚ। ਅੱਛਾ, ਇੱਥੇ ਤੱਕ ਉਹਨੇ ਗੱਲ ਕਰ ਦਿੱਤੀ? ਹਾਂਜੀ। ਵੈਸੇ ਬੜੀ ਅਫਸੋਸ ਵਾਲੀ ਗੱਲ ਹੈ। ਤੇ ਹੁਣ ਮੈਡਮ, ਇਸ ਤਰ੍ਹਾਂ ਦੇ ਜਿਹੜੇ ਵਾਕਿਆਤ ਬਹੁਤ ਜ਼ਿਆਦਾ ਰੂਨਮਾ ਹੁੰਦੇ ਪਏ ਨੇ, ਤੇ ਤੁਸੀਂ ਕੀ ਕੁੜੀਆਂ ਨੂੰ, ਲਵ ਮੈਰਿਜ ਕੁੜੀਆਂ ਜਿਹੜੀਆਂ ਕਰਦੀਆਂ ਸ਼ਾਦੀ ਆ, ਜਾਂ ਘਰ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਂ तमाम ਲੜਕੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਇਨਫੈਚੁਏਸ਼ਨ, ਫੈਸੀਨੇਸ਼ਨ ਤੋਂ ਬਾਹਰ ਨਿਕਲੇ, ਰਿਐਲਿਟੀਜ਼ ਦੇ ਨਾਲ ਜੱਜ ਕਰਕੇ ਜਿਸ ਵੀ ਇਨਸਾਨ ਨਾਲ ਤੁਸੀਂ ਰਿਲੇਸ਼ਨ ਬਣਾਉਣਾ ਹੈ ਉਹਦੇ ਉਸ ਹਿਸਾਬ ਤੇ ਗਰਾਊਂਡ ਰਿਐਲਿਟੀਜ਼ ਤੇ ਜਾ ਕੇ ਉਹਨੂੰ ਜੱਜ ਕਰੋ। ਆਪਣੇ ਵਾਲਿदैन ਦੇ ਫੈਸਲੇ ਤੇ ਐਤਬਾਰ ਕਰੋ। ਉਹਨਾਂ ਤੁਹਾਡੇ ਨਾਲੋਂ ਜ਼ਿਆਦਾ ਦੁਨੀਆ ਵੇਖੀ ਹੈ। ਆਪਣੇ ਫੈਸਲੇ ਤੇ ਤੁਸੀਂ ਕਿਸੇ ਵੀ ਇਨਸਾਨ ਨਾਲ ਰਿਲੇਸ਼ਨ ਬਣਾਉਂਦੇ ਹੋ ਤਾਂ ਉਹਦੇ ਨਾਲ ਸਟੈਂਡ ਕਰੋ। ਅਗਰ ਸਟੈਂਡ ਨਹੀਂ ਕਰ ਸਕਦੇ ਤਾਂ ਐਟਲੀਸਟ ਉਹਨੂੰ ਇਨਸਾਨ ਸਮਝੋ। ਇਸ ਰਿਲੇਸ਼ਨ ਦੇ ਵਿੱਚ ਵੀ ਐਕਸਪੈਕਟੇਸ਼ਨ ਬੜੀ ਹਾਈ ਲੈਵਲ ਦੀਆਂ, ਉਸ ਹਾਈ ਲੈਵਲ ਤੋਂ ਜਿਸ ਲਈ ਥੋੜੀਆਂ ਚੀਜ਼ਾਂ ਵੀ ਡੈਵੀਏਟ ਹੋਈਆਂ ਤਾਂ ਉੱਥੇ ਲੜਾਈ ਹੋ ਗਈ, ਉੱਥੇ ਹੱਡੀਆਂ ਟੁੱਟਣ ਤੱਕ ਦਾ ਮੌਕਾ ਆ ਗਿਆ। ਬਹੁਤ ਸ਼ੁਕਰੀਆ ਮੈਡਮ। ਲੋ, ਤੁਸੀਂ ਸਾਰੀ ਕਹਾਣੀ ਸੁਣੀ ਕਿ ਪਹਿਲੇ ਲਵ ਮੈਰਿਜ ਹੋਈ, ਪਿਆਰ ਦਾ ਵਿਆਹ ਹੋਇਆ, ਉਸ ਤੋਂ ਬਾਅਦ ਚੰਦ ਦਿਨ ਹੀ
ਵਿਆਹ ਚੱਲਿਆ ਤੇ ਵਿਆਹ ਤੋਂ ਬਾਅਦ ਖਾਤੂਨ ਦੇ ਉੱਤੇ ਤਸ਼ੱਦਦ ਕੀਤਾ ਗਿਆ, ਉਹਦੇ ਬਾਜ਼ੂ ਤੋੜੇ ਗਏ, ਉਹਦੇ ਮੋਢਾ ਤੋੜਿਆ, ਕਾਫੀ ਜ਼ਿਆਦਾ ਤਸ਼ੱਦਦ, ਉਹਦੀਆਂ ਹੱਡੀਆਂ ਤੋੜੀਆਂ ਗਈਆਂ। ਲੇਕਿਨ ਇਸ ਤਰ੍ਹਾਂ ਦੇ ਵਾਕਿਆਤ ਫੈਸਲਾਬਾਦ ਦੇ ਵਿੱਚ ਨਾ ਆਏ ਰੋਜ਼ ਹੋ ਰਹੇ ਨੇ। ਮਾਂ-ਬਾਪ ਵਾਸਤੇ ਵੀ ਮੈਸੇਜ ਆ, ਕੁੜੀਆਂ ਵਾਸਤੇ ਵੀ ਮੈਸੇਜ ਆ ਕਿ ਜਦੋਂ ਵੀ ਸ਼ਾਦੀ ਕਰੋ ਆਪਣੇ ਮਾਂ-ਬਾਪ ਨੂੰ ਵਿੱਚ ਰੱਖੋ, ਮਾਂ-ਬਾਪ ਦੀ ਪਸੰਦ ਦੀ ਸ਼ਾਦੀ ਕਰੋ। ਤੁਸੀਂ ਅਗਰ ਆਪਣੀ ਹੀ ਪਸੰਦ ਦੀ ਸ਼ਾਦੀ ਕਰਨੀ ਆ ਤੇ ਫਿਰ ਤੋੜ ਚਾੜੋ। ਇਸ ਤਰ੍ਹਾਂ ਇੱਕ ਦੂਸਰੇ ਨੂੰ ਮਾਰਨਾ, ਇੱਕ ਦੂਸਰੇ ਨੂੰ ਕੁੱਟਣ ਨਾਲ ਕਿਸੇ ਦੀ ਜ਼ਿੰਦਗੀ ਨਹੀਂ ਬਸਰ ਹੋਣੀ।